ਹਾਫ ਸਾਹਿਬ ਇੱਕ ਹੋਰ ਗੱਲ ਮੈਂ ਤੁਹਾਨੂੰ ਦੱਸਾਂ ਜਿਹੜੀ ਪਿੰਡ ਦੇ ਹਵਾਲੇ ਨਾਲ ਮੈਨੂੰ ਬੜੀ ਖੁਸ਼ਗਵਾਰ ਵੀ ਲੱਗੀ, ਮੁਤਾਸਰਕੁਨ ਵੀ ਲੱਗੀ ਕਿ ਮੈਂ ਇਸ ਪਿੰਡ ਤੋਂ 15 ਕਿਲੋਮੀਟਰ ਦੂਰ ਮੈਂ ਚੁੱਕੇ ਤੁਹਾਨੂੰ ਦੱਸਿਆ ਮੈਂ ਆਇਆ ਉੱਧਰੋਂ ਭਾਗੋਵਾਲ ਵਾਲੀ ਸਾਈਡ ਤੋਂ, ਅਤੇ ਮੈਂ ਉੱਥੋਂ ਪਿੰਡ ਦਾ ਨਾਂ ਲਿਆ ਅਤੇ ਮੈਨੂੰ ਉੱਥੋਂ ਵੀ ਕਲੂ ਮਿਲ ਗਿਆ। ਮੈਂ ਗੂਗਲ ਕਰਨ ਦੀ ਕੋਸ਼ਿਸ਼ ਕੀਤੀ, ਮੈਨੂੰ ਉਸ ਤਰ੍ਹਾਂ ਕਲੂ ਨਹੀਂ ਮਿਲਿਆ। ਜਿਵੇਂ ਮੈਂ ਰਸਤੇ ਦੇ ਵਿੱਚ ਆਉਂਦਾ ਪਿੰਡ ਦੇ ਰਸਤੇ 'ਤੇ ਜਿਹਦੇ ਕੋਲ ਪੁੱਛਿਆ ਉਹਨੇ ਮੈਨੂੰ ਐਕਨੋਲਜ ਕੀਤਾ, ਹਾਂ ਜੀ ਡੁਗਰੀ ਹਰੀਆਂ ਹੈ ਵੀ ਔਰ ਐਸ ਉਹਨਾਂ ਨੇ ਮੈਨੂੰ ਬਕਾਇਦਾ ਰੂਟ ਗਾਈਡ ਕੀਤਾ। ਐਸਾ ਵੀ ਨਹੀਂ ਰਿਹਾ, ਮੈਨੂੰ ਇਸ ਹਵਾਲੇ ਨਾਲ ਵੀ ਬੜੀ ਖੁਸ਼ੀ ਹੋਈ ਕਿ ਪਿੰਡ ਐਸਾ ਨਾਮਾਲੂਮ ਵੀ ਨਹੀਂ ਹੈ ਪਿੰਡ ਹੋਣ ਦੇ ਬਾਵਜੂਦ। ਇਹ ਹੁਣ ਅਸੀਂ ਪਿੰਡ ਦੇ ਵਿੱਚ ਪਿੰਡ ਦੀਆਂ ਗਲੀਆਂ ਦੇ ਵਿੱਚ ਫਿਰਦੇ ਹਾਂ। ਪਿੰਡ ਦਾ ਇੱਕ ਅਸੀਂ ਬਾਹਰੋਂ ਬਾਹਰ ਵਿਊ ਤੇ ਲੈ ਲਿਆ, ਹੁਣ ਅਸੀਂ ਪਿੰਡ ਦੇ ਵਿੱਚ ਜਾ ਰਹੇ। ਜਿਹੜੀਆਂ ਸ਼ਾਮਾਂ ਸਾਨੂੰ ਇਸ ਡੁਗਰੀ 'ਚ ਦਿਸਦੀਆਂ ਪਈਆਂ ਨੇ ਨਾ, ਅਸੀਂ ਫਖਰ ਨਾਲ ਕਹਿ ਸਕਦੇ ਹਾਂ ਵੀ ਕਦੀ ਸਾਡੇ ਪਿੰਡ 'ਚ ਨਹੀਂ ਆਈ ਹੋਣੀ ਜਿਹੜਾ ਸਾਡਾ ਅਸਲ ਡੁਗਰੀ ਹੈ। ਮੈਂ ਹਾਫਿਜ਼ ਅਜ਼ੀਮ ਭਾਈ ਨੂੰ ਕਹਿਣ ਡਿਆ ਸਾਂ ਕਿ ਸਾਡਾ ਪਿੰਡ ਜੇ ਤੁਸੀਂ ਵੇਖਣਾ ਨਾ, ਤਾਂ ਉਹ ਅਸਲ ਪਿੰਡ ਜੇ ਕੱਚਾ ਪਿੰਡ। ਸਾਡੇ ਪਿੰਡੋਂ ਕਿਸੇ ਅੱਗੇ ਪਿੰਡ ਨੂੰ ਬਕਾਇਦਾ ਰਾਹ ਨਹੀਂ ਹੈ, ਵੈਸੇ ਕੋਈ ਬਾਈਪਾਸਰ ਗੁਜ਼ਰਨ ਵਾਲਾ ਕੋਈ ਬੰਦਾ ਆ ਜਾਏ, ਨਾਲੀਓਂ ਪਾਰ ਜਾਣ ਵਾਲਾ ਤੇ ਆ ਜਾਏ, ਅਦਰਵਾਈਜ਼ ਕੋਈ ਐਸਾ ਪ੍ਰੋਪਰ ਰਸਤਾ ਨਹੀਂ ਹੈ ਸਾਡਾ ਪਿੰਡ ਜਿੱਥੋਂ ਕੋਈ ਗੁਜ਼ਰ ਕੇ ਕੋਈ ਅੱਗੇ ਜਾਵੇ। ਅਤੇ ਉਹਦੀ ਨਿਸਬਤ ਇਹਨੂੰ ਇਹ ਨਹੀਂ ਕਹਿ ਸਕਦੇ ਕਿ ਸਾਡਾ ਪਿੰਡ ਕੁਝ ਵੀ ਨਹੀਂ, ਸਾਨੂੰ ਆਪਣੇ ਪਿੰਡ ਨਾਲ ਬੜੀ ਮੁਹੱਬਤ ਹੈ ਜਿਸ ਤਰ੍ਹਾਂ ਨਾਲ ਵੀ ਇਹ ਵੀ ਸਾਡਾ ਪਿੰਡ ਹੈ। ਲੇਕਿਨ ਇੱਕ ਕੰਪੈਰੀਜ਼ਨ ਮੈਂ ਡਰਾ ਕਰ ਰਿਹਾ ਕਿ ਇਹ ਉਸ ਵਕਤ ਦੇ ਵਿੱਚ ਜਿਹੜੇ ਸਾਡੇ ਵੱਡੇ ਆਬਾਓ ਅਜਦਾਦ ਜਿਹੜੇ ਨੇ ਇੱਥੋਂ ਮੂਵ ਕੀਤੇ ਹੋਣੇ ਨੇ ਜਾਂ ਜਿਹੜੇ ਗਏ ਸਨ, ਜਿੰਨੇ ਵੀ ਘਰ ਜਿਨ੍ਹਾਂ 'ਚ ਸਾਡਾ ਘਰ ਵੀ ਸ਼ਾਮਿਲ ਸੀ, ਉਹਨਾਂ ਅਸੀਂ ਸੌਖਾ ਨਹੀਂ ਸੀ ਜੇ ਇੱਥੋਂ ਮੂਵ ਕਰਨਾ, ਕਿਉਂਕਿ ਉਸ ਵਕਤ ਵੀ ਮੈਂ ਜੇ ਕੰਪੈਰੀਜ਼ਨ ਡਰਾ ਕਰਾਂ ਤਾਂ ਇੱਥੋਂ ਦੇ 2-3 ਕਿੱਲੇ 4 ਕਿੱਲੇ ਉੱਥੋਂ ਦੇ ਮਰਬੇ ਵਰਗੇ ਹੀ ਸਨ, ਔਰ ਇੱਥੇ ਰੋਡ ਅਪਰੋਚ ਬਹੁਤ ਜ਼ਿਆਦਾ ਸੀ, ਔਰ ਸ਼ਹਿਰ ਜਿਹੜੇ ਨੇ ਨਿਸਬਤਨ ਫੈਸਲਾਬਾਦ ਵਾਲੀ ਸਾਈਡ 'ਤੇ ਨਾ ਇੱਥੇ ਜ਼ਿਆਦਾ ਨਾਲ ਲੱਗਦੇ ਸਨ, ਔਰ ਲੋਕਾਂ ਨੂੰ ਸਹੂਲਤਾਂ ਵੀ ਬੜੀਆਂ ਜ਼ਿਆਦਾ ਸੀ। ਵੇਖੋ ਜੀ ਮਾਸ਼ਾਅੱਲਾ, ਅੱਲਾਹ ਤਾਲਾ ਨਜ਼ਰੇ ਬਦ ਤੋਂ ਬਚਾਏ। ਮੈਨੂੰ ਬੜੀ ਦਿਲੀ ਖੁਸ਼ੀ ਹੈ, ਬਗੈਰ ਕਿਸੇ ਲੱਗੀ ਲਿਪਟੀ ਤੋਂ ਬੜੇ ਮਾਸ਼ਾਅੱਲਾ ਸੋਹਣੇ ਘਰ ਨੇ, ਬਿਲਕੁਲ ਇਸੇ ਤਰ੍ਹਾਂ ਹੀ ਮੰਜ਼ਰ ਪੇਸ਼ ਕਰ ਰਹੇ ਨੇ ਜਿਵੇਂ ਕੋਈ ਸ਼ਹਿਰ ਹੁੰਦਾ। ਦੇਖੋ ਬੜੀਆਂ ਸੋਹਣੀਆਂ ਕੰਧਾਂ ਨੇ, ਅੱਲਾਹ ਤਾਲਾ ਇਸ ਦੇ ਰਹਿਣ ਵਾਲਿਆਂ ਨੂੰ ਜਿਹੜਾ ਇਹਦੇ 'ਚ ਰਹਿਣਾ ਨਸੀਬ ਕਰੇ, ਖੁਸ਼ੀ ਸਲਾਮਤੀ ਦੇ ਨਾਲ ਸਾਰੇ ਵਸਣ ਜਿਹੜੇ ਪਿੰਡ ਦੇ ਵਿੱਚ ਹੈ ਨੇ। ਅਤੇ ਬੜਾ ਸੋਹਣਾ ਲੱਗ ਰਿਹਾ, ਬੜੇ ਅੱਛੇ ਘਰ ਨੇ ਪਿੰਡ ਦੇ ਵਿੱਚ। ਜਸਟ ਲਾਈਕ ਅਸੀਂ ਕਹਿ ਸਕਦੇ ਹਾਂ ਕਿ ਕਿਸੇ ਵੀ ਕੋਈ ਸ਼ਹਿਰੀ ਇਲਾਕੇ ਦੇ ਵਿੱਚ ਅੱਛੇ ਘਰਾਂ ਤੋਂ ਘੱਟ ਘਰ ਨਹੀਂ ਹੈ। ਡੰਗਰ ਵੀ ਡੇਰਿਆਂ ਤੋਂ ਬੜੇ ਸੋਹਣੇ ਡੰਗਰ ਬੰਦੇ ਨੇ, ਬੱਕਰੀਆਂ ਨੇ, ਗਾਵਾਂ ਨੇ। ਮੈਂ ਹਾਫਿਜ਼ ਸਾਹਿਬ ਦੇ ਕੋਲ ਮੱਝਾਂ ਬੰਨੀਆਂ ਨੇ ਮਾਸ਼ਾਅੱਲਾ, ਮੈਨੂੰ ਬੜੀਆਂ ਖੂਬਸੂਰਤ ਲੱਗੀਆਂ। ਉਹਨਾਂ ਦੇ ਮੱਥੇ ਬੜੇ ਪਿਆਰੇ ਨੇ, ਮੈਂ ਤੁਹਾਨੂੰ ਉਹ ਵੀ ਵੀਡੀਓ ਦੇ ਵਿੱਚ ਦਿਖਾਵਾਂਗਾ। ਫਿਲਹਾਲ ਆ ਤੁਸੀਂ ਪਿੰਡ ਵੇਖੋ, ਪਿੰਡ ਦੀਆਂ ਗਲੀਆਂ ਵੇਖੋ। ਬਾਕੀ ਅੱਜ ਆਉਣ ਦਾ ਮੇਰਾ ਜਿਹੜਾ ਮਕਸਦ ਹੈ ਨਾ ਉਹ ਪੂਰਾ ਹੋ ਗਿਆ, ਅਤੇ ਉਸ ਖੁਸ਼ੀ ਦੇ ਵਿੱਚ ਵੀ ਮੈਂ ਵੀਡੀਓ ਬਣਾ ਰਿਹਾ। ਐਡੀ ਲੰਮੀ ਵੀਡੀਓ ਮੈਂ ਕਦੀ ਨਹੀਂ ਫਿਲਮਾਈ, ਇਹ ਸਾਰੇ ਦੋਸਤਾਂ ਨੂੰ ਪਤਾ। ਅਸੀਂ 15-20-50 ਸੈਕਿੰਡ ਦੀ ਵੀਡੀਓ ਬਣਾਉਣ ਵਾਲੇ ਬੰਦੇ ਹਾਂ, ਲੇਕਿਨ ਅੱਜ ਹਾਫਿਜ਼ ਸਾਹਿਬ ਦੀ ਬੜੀ ਮੁਹੱਬਤ ਹੈ ਅਗੇਨ ਐਂਡ ਅਗੇਨ, ਇਹਨਾਂ ਦਾ ਵੀ ਵੀਡੀਓ ਬਣਾਉਣੀ ਜਾਂਦੇ ਕਿਉਂ ਜੀ। ਹਾਫਿਜ਼ ਸਾਹਿਬ ਜਿਹੜੇ ਨੇ ਜੀ ਲਾਇਰ ਨੇ ਔਰ ਮੈਂਬਰ ਨੇ ਮਸਰੂਰ ਬਾਰ ਦੇ। ਕਿਉਂ ਜੀ ਹਾਫਿਜ਼ ਸਾਹਿਬ ਕੀ ਕਹਿਣਾ ਚਾਹੋਗੇ ਤੁਸੀਂ ਆਪਣਾ ਆਪ ਹੀ ਉਹਦੇ ਬਾਰੇ 'ਚ ਦੱਸ ਦਿਓ, ਤੁਹਾਡਾ ਕੀ ਸਟੇਟਸ ਹੈ? ਮੈਂ ਤਾਂ ਐਕਚੁਅਲੀ ਆਨਰਰੀ ਅਸੀਂ ਕਹਿ ਲਈਏ ਉਹਨੂੰ ਇਜਾਜ਼ੀ ਮੈਂਬਰ ਮਾਸ਼ਾਅੱਲਾ ਪੜ੍ਹੀ ਲਿਖੀ ਜਨਾਬ। ਮੇਰਾ ਬੜਾ ਨਾਮ ਪਸੰਦੀਦਾ ਸ਼ੁਭਾ ਜੀ। ਮੈਂ ਕਹੂੰਗਾ ਵੀ ਤੁਹਾਡੇ ਨਾਲ ਮੈਂ ਵੀ ਇੱਕ ਮਾੜਾ ਜਿਹਾ ਵਕੀਲ ਲੇਕਿਨ ਮੈਂ ਤਾਂ ਫਿਰ ਜੋ ਸੱਚ ਹੈ ਜੀ ਉਹੀ ਕਹਿ ਸਕਦਾ। ਇੰਝ ਨਾ ਕਹੋ, ਸੱਚ ਤੇ ਅਸੀਂ ਇਹਨੂੰ ਨਹੀਂ ਕਹਿ ਸਕਦੇ। ਨਬੀਆਂ ਪੈਗੰਬਰਾਂ ਦਾ ਸ਼ੋਭਾ ਵੀ ਅਗਰ ਅਸੀਂ ਕਿਸੇ ਮਸਕੀਨ ਗਰੀਬ ਵਾਸਤੇ ਆਵਾਜ਼ ਹਾਫਿਜ਼ ਸਾਹਿਬ ਚੁੱਕੀ ਹੈ, ਖਸੂਸਨ ਜਿਹੜੇ ਇਨਫਲੂਐਂਸ਼ੀਅਲ ਲੋਕ ਨੇ, ਤੁਹਾਡੇ ਵਰਗੇ ਲੋਕ ਨੇ ਜਿਨ੍ਹਾਂ ਨੂੰ ਅੱਲਾਹ ਤਾਲਾ ਨੇ ਸਭ ਇਸਤਤਾਅਤ ਬਣਾਇਆ, ਉਹ ਕਿਸੇ ਗਰੀਬ ਮਸਕੀਨ ਵਾਸਤੇ ਆਵਾਜ਼ ਚੁੱਕਣ, ਅਤੇ ਉਹ ਸ਼ੋਭਾ ਪੈਗੰਬਰੀ 'ਚ ਵੀ ਆ ਜਾਂਦਾ। ਖੈਰ ਹਾਫਿਜ਼ ਸਾਹਿਬ ਦੇ ਨਾਲ ਫਿਰ ਰਹੇ ਹਾਂ ਜੀ, ਬੜਾ ਵਧੀਆ ਮਜ਼ਾ ਆ ਰਿਹਾ। ਮੈਂ ਉਹ ਗੱਲ ਨੂੰ ਰੀਟਰੈਕ ਕਰਦਾ, ਮੈਂ ਕਿਹਾ ਵਕੀਲਾਂ ਦੀ ਹੋਰ ਸਿਫਤਾਂ ਨਾਲ ਸ਼ੁਰੂ ਕਰ ਦਿਓ। ਹੁਣ ਅਸੀਂ ਵੀ ਮਾੜੇ ਚੰਗੇ ਵਕੀਲ ਤੇ ਅਸੀਂ ਵੀ ਹਾਂ। ਅਤੇ ਉਹ ਆਉਂਦੇ ਨੇ ਨਾ ਟਾਬਰੀ ਜਿਹੜੀ ਉਹ ਕਾਵਾਂ ਨੂੰ ਵੀ ਪਿਆਰੀ ਹੁੰਦੀ ਹੈ, ਵੀ ਮੇਰੀ ਟਾਬਰੀ ਨੇ, ਮੇਰੀ ਬਰਾਦਰੀ ਨੇ। ਅਤੇ ਯੂਨੀਫਾਰਮ ਵੀ ਸਾਡਾ ਜਿਹੜਾ ਨਾ ਉਹ ਇੱਕ ਟਾਬਰੀ ਹੈ।
ਇਹ ਵੇਖੋ ਜੀ, ਇੱਕ ਦੋ ਗਾਵਾਂ ਨੇ, ਕਾਲੀ ਤੇ ਇੱਕ ਬਰਾਊਨ ਟਾਈਪ। ਇਹ ਜੀ ਇਹ ਜਿਹੜੇ ਘਰ ਜੀ ਸਾਰੇ ਨੌ ਮੁਸਲਮ ਜਿਹੜੇ ਲੋਕ ਨੇ ਅੱਛਾ ਇਹ ਉਹਨਾਂ ਦੇ ਨੇ ਦੋਨਾਂ ਸਾਈਡਾਂ ਤੇ। ਹਾਫਸਾ ਨੋ ਮੁਸਲਿਮ ਤੋਂ ਮੁਰਾਦ ਸੀ ਕਿਉਂਕਿ ਜਿਹੜੇ ਨਵੇਂ ਮੁਸਲਮਾਨ ਹਾਂ, ਹੋਏ ਜਿਹੜੇ ਨਵੇਂ ਮੁਸਲਮਾਨ ਹੋਏ ਨੇ ਅੱਛਾ, ਐਕਚੁਅਲੀ ਅੱਛਾ। ਪਹਿਲਾਂ ਇਹਨਾਂ ਨੂੰ ਪੰਜਾਬੀ ਵਿੱਚ ਤੇ ਬਟਵਾਲ ਕਹਿੰਦੇ ਸਨ। ਅੱਛਾ 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 ਅੱਛਾ। ਜਦੋਂ ਮੈਂ ਪਹਿਲਾਂ ਸਹੀ ਅੰਡਰਸਟੈਂਡ ਨਹੀਂ ਕੀਤਾ, ਜਿੱਦਾਂ ਜ਼ਰਾ ਇਹਦੇ ਬਾਰੇ 'ਚ ਰੋਸ਼ਨੀ ਪਾਓ। ਹਾਂ, ਨੌ ਮੁਸਲਮਾਨ ਕਦੋਂ ਤੋਂ ਰਹਿਣ ਡਏ ਨੇ ਇੱਥੇ ਸਾਡੇ ਨਾਲ? ਇਹ ਸਰ ਹੈ ਤੇ ਸ਼ੁਰੂ ਤੋਂ ਹੀ ਆਬਾਦ ਕਰ ਰਹੇ ਨਾ ਜੀ, ਜਦੋਂ ਇੰਡੀਆ ਪਾਕਿਸਤਾਨ ਬਣਿਆ ਕੋਈ ਨਹੀਂ ਸੀ ਜੀ ਜੀ। ਉਸ ਵੇਲੇ ਸਾਰੇ ਮੁxtਲਿਫ ਪਿੰਡਾਂ ਦੇ ਵਿੱਚ ਸਿੱਖ ਵੀ ਰਹਿ ਰਹੇ ਸਨ, ਈਸਾਈ ਵੀ ਰਹਿ ਰਹੇ, ਮੁxtਲਿਫ ਮਜ਼ਾਹਬ ਦੇ ਲੋਕ, ਮੁxtਲਿਫ ਕੌਮਾਂ ਦੇ ਲੋਕ ਆਬਾਦ ਸਨ। ਤਕਸੀਮ ਤੋਂ ਬਾਅਦ ਚੋਂ ਫਿਰ ਜਿਹੜੇ ਲੋਕ ਕੁਛ ਰਹਿ ਗਏ ਇੱਥੇ, ਜੀ ਜੀ। ਅਕਸਰ ਬਹਰਹਾਲ ਇੱਥੋਂ ਡੁਗਰੀ ਹਰੀਆਂ ਚੋਂ ਚਲੇ ਗਏ, ਸਿੱਖ ਬਰਾਦਰੀ ਤਾਂ ਸਾਰੀ ਚਲੇ ਗਈ। ਇੱਕ ਮੇਰੇ ਖਿਆਲ ਨਾਲ ਅਕੈਡਮੀ ਵੀ ਕੋਈ ਜੀ ਛੋਟੀ ਜਿਹੀ। ਇਹ ਬੜੀ ਮਸ਼ਹੂਰ ਅਕੈਡਮੀ ਜੀ। ਠੀਕ ਹੈ ਜੀ। ਅੱਛਾ, ਅਸਲ ਨੌ ਮੁਸਲਿਮ ਦੇ ਬਾਰੇ 'ਚ ਗੱਲ ਨੌ ਮੁਕੰਮਲ ਮੁਸਲਿਮ ਸਨ। ਅਕੈਡਮੀ ਦੀ ਵੀ ਗੱਲ ਕਰੀਏ। ਉਹ ਜਦੋਂ ਹੋਈ ਹੈ ਨਾ ਜੀ 65 ਵਾਲੀ ਵਾਰ ਹੋਈ ਹੈ, ਜੀ ਜੀ। ਉਸ ਵੇਲੇ ਫਿਰ ਇੱਥੇ ਬੜਾ ਇਸ਼ੂ ਬਣ ਗਿਆ ਨਾ ਇਹਨਾਂ ਦਾ। ਨੌ ਮੁਸਲਿਮ ਜਿਹੜੇ ਇਹਨਾਂ ਨੂੰ ਆਖਦੇ ਆ ਦੀਨਦਾਰ, ਠੀਕ ਠੀਕ ਠੀਕ, ਬਿਲਕੁਲ। ਇਹ ਸਾਡੇ ਉਸ ਵੇਲੇ ਇਹਨਾਂ ਨੂੰ ਬਟਵਾਲ ਆਖਦੇ ਸਨ। ਇਹਨਾਂ ਨੂੰ ਫਿਰ ਜਿਹੜੇ ਨਾ ਲੋਕ ਇਹਨਾਂ ਨੂੰ ਕਾਫੀ ਤੰਗ ਕਰਨਾ ਸ਼ੁਰੂ ਹੋਏ, ਇੱਥੋਂ ਦੇ ਜਿਹੜੇ ਪਾਕਿਸਤਾਨੀ ਮੁਸਲਮਾਨ ਸਨ। ਫਿਰ ਇਹ ਲੋਕ ਜਿਹੜੇ ਨੇ ਮਜਬੂਰਨ ਹੀ ਇਹਨਾਂ ਨੇ ਇਸਲਾਮ ਕਬੂਲ ਕੀਤਾ। ਸਾਰੇ ਦੇ ਸਾਰੇ ਲੋਕਾਂ ਨੇ ਮਿਲ ਕੇ ਇਕੱਠਿਆਂ ਹੀ ਇਸਲਾਮ ਜਿਹੜਾ ਮਜ਼ਹਬ ਹੈ ਉਹਨੂੰ ਇਖਤਿਆਰ ਕੀਤਾ ਜੀ। ਇਸ ਵਾਸਤੇ ਉਦੋਂ ਤੋਂ ਇਹਨਾਂ ਨੂੰ ਉਹ ਦੀਨਦਾਰ ਵੀ ਆਖਦੇ ਆ ਤੇ ਨੌ ਮੁਸਲਮ ਵੀ ਆਖਦੇ ਆ। ਅਕੈਡਮੀ ਵੀ ਹੈ ਪਿੰਡ ਦੇ ਵਿੱਚ, ਅਕੈਡਮੀ ਐਸੀ ਹੈ ਸਾਰੇ ਕਿ ਦੂਸਰੇ ਪਿੰਡਾਂ ਤੋਂ ਦੂਰ ਦੂਰ ਤੱਕ ਹਾਫਿਜ਼ ਲੋਕ ਅਜ਼ੀਮ ਸਾਹਿਬ ਦਾ ਡੇਰਾ ਜੀ। ਇਹ ਹਾਫਿਜ਼ ਅਜ਼ੀਮ ਸਾਹਿਬ ਦਾ ਡੇਰਾ ਹੈ। ਮਾਸ਼ਾਅੱਲਾ ਸੋਲਰ ਸਿਸਟਮ ਲਗਵਾਇਆ ਹੈ ਔਰ ਬੜਾ ਸੋਹਣਾ ਮੈਨੂੰ ਡੇਰਾ ਲੱਗਾ। ਅਸੀਂ ਵੀ ਇਸੇ ਤਰ੍ਹਾਂ ਦਾ ਡੇਰਾ ਡਿਜ਼ਾਇਰ ਕਰ ਰਹੇ ਹਾਂ ਤੇ ਇਹਨਾਂ ਦੇ ਕੋਲ ਆ ਕੇ ਨਾ ਸਾਨੂੰ ਜਿਵੇਂ ਕਹਿੰਦੇ ਨਾ ਖੁਆਬਾਂ ਨੂੰ ਹਕੀਕਤ ਦੇ ਵਿੱਚ ਬੰਦਾ ਵੇਖਦਾ, ਤੇ ਮਾਸ਼ਾਅੱਲਾ ਬੜਾ ਸੋਹਣਾ ਸੈਟਅਪ ਹੈ। ਉਹ ਅੱਗੇ ਦੇਖੋ ਮੱਝਾਂ ਬੜੀਆਂ ਸੋਹਣੀਆਂ ਬਣੀਆਂ, ਤੇ ਮੈਂ ਤੁਹਾਨੂੰ ਫਰਦਰ ਵਿਖਾਵਾਂਗਾ।